नाजरीन, मैं हूं आपका मेज़बान डॉक्टर अशरफ TTN न्यूज़ से। नाजरीन, ये आसफ टाउन का वो एरिया है जहां पे एक शख्स को बेदर्दी से छुरियों के वार से मारा जाता है। अभी वो बंदा जिसका नाम परवेज़ मसीह है वो हॉस्पिटल में है। हम उस जगह पे मौजूद हैं। ये इस जगह का वाक़या है। यहाँ कोई 10-15 बंदों ने मारा है उसको, और बड़ी बेदर्दी और बड़ी बेरहमी से मारा है। और अभी वो बंदा जो है परवेज़ मसीह, उसको काफ़ी ज़्यादा ज़ख़म आए हैं और वो जनरल हॉस्पिटल में है। उसके साथ एक बच्ची भी है जो 10th क्लास की स्टूडेंट है, उसको भी मारा है। और ये यहाँ पे लेडीज़ बैठी हुई हैं जिनको चोटें लगी हैं, वो हम आपको दिखाते हैं। नाजरीन, ये बाजी हैं जिनके दोनों बेटे थे, और ये सारी सूरत हाल में बताती हैं कि कैसे वाक़या हुआ। जी बाजी। ਅਸੀਂ ਨਾ ਮੇਰਾ ਭਾਈ ਠੀਕ ਨਹੀਂ ਸੀਗਾ। ਅਸੀਂ ਇਹ ਭਾਅ ਨੂੰ ਇੱਥੇ ਪਾ ਗਏ ਤੇ ਬਾਈ ਸਕੀਨਾ ਮੇਰੇ ਕੋਲ ਨੂੰ ਰਹਿੰਦੀ ਇੱਥੇ ਹੀ। ਅਸੀਂ ਉਹਨੂੰ ਪਾ ਗਏ, ਉਹਨਾਂ ਦੋ ਬੱਚੀਆਂ ਸੀ ਮੇਰੀਆਂ ਇਕੱਲੀਆਂ ਘਰ, ਬਾਕੀ ਕੰਮਾਂ ਤੇ ਗਏ ਸੀ ਬੱਚੇ। ਹਫਤੇ ਵਾਲੇ ਦਿਨ ਦੀ ਗੱਲ ਹੈ। ਤੇ ਅਸੀਂ ਉੱਥੋਂ ਆਏ ਆ, ਫੋਨ ਕੀਤਾ ਮੈਂ ਕਿ ਆਣ ਕੇ ਨਾ ਸਾਨੂੰ ਸਟਾਫ ਤੋਂ ਲੈ ਆ। ਉਹ ਸਾਨੂੰ ਸਟਾਫ ਤੋਂ ਲੈ ਕੇ ਆਇਆ। ਅਸੀਂ ਜਾਣ ਕੇ ਨੱਚ ਗਲਾਸ ਫੜੇ ਹੋਏ ਨੇ ਤੇ ਅਸੀਂ ਆਣ ਕੇ ਬੈਠੇ ਹੀ ਹਾਂ। ਬਾਜੀ ਉਹ ਮੇਰੀ ਬੱਚੀ ਕਹਿਣ ਡਈ ਅੰਮੀ ਰੋਟੀ ਲੈ ਆਵਾਂ। ਮੈਂ ਕਿਹਾ ਪੁੱਤਰ 2 ਮਿੰਟ ਕੋਈ ਆ, ਥੱਕ ਕੇ ਆਇਆ 2 ਮਿੰਟ। ਉਹਨੇ ਰੋਟੀ ਫੜਾਈ, ਰੋਟੀ ਸਾਡੇ ਹੱਥਾਂ 'ਚ ਇੰਝ ਬੂਹਾ ਸੀ ਜਿਵੇਂ ਮੁੰਡਾ ਖੋਲ ਕੇ ਚਲਾ ਗਿਆ। ਇੰਝ ਹਰੇ ਲੰਘ ਕੇ ਗਿਆ। ਉਹ ਜਦੋਂ ਮਾਰਨ ਲੱਗ ਪਏ ਨੇ, ਇਹ ਹਰੇ ਚਲਾ ਗਿਆ। ਕੀ ਬਣਿਆ ਸਾਨੂੰ ਤਾਂ ਕੋਈ ਹੋਸ਼ ਨਹੀਂ ਪਈ ਰਹੀ। ਬਾਜੀ, ਇਹ ਦੱਸੋ ਕਿ ਇਹ ਲੜਾਈ ਦੀ ਵਜ੍ਹਾ ਕੀ ਸੀ? ਇਹ ਥੋੜਾ ਜਿਹਾ ਸਾਨੂੰ ਦੱਸੋ ਜ਼ਰਾ। ਲੜਾਈ ਦੀ ਵਜ੍ਹਾ ਇਹ ਹੈ ਕਿ ਬੱਚਿਆਂ ਤੋਂ ਲਾਗਤਬਾਜ਼ੀ ਕਰਦੀ ਸੀ। ਜਦੋਂ ਬੱਚੇ ਗਾਲ, ਛੋਟੇ ਛੋਟੇ ਬੱਚੀਆਂ ਨੇ, ਇਹਨਾਂ ਦੀਆਂ ਵੀ, ਸਾਡੀਆਂ ਵੀ ਛੋਟੀਆਂ ਬੱਚੀਆਂ ਨੇ, ਠੀਕ ਹੈ ਨਾ। ਇਹ ਵੀ ਗਾਲ ਮੰਦਾ ਕਰਦੀਆਂ ਸੀ, ਉਹ ਵੀ ਕਰ ਦਿੰਦੀਆਂ ਹੁੰਦੀਆਂ ਸੀ। ਆਹ ਨੱਕ ਨੰਮੀ ਵੇਖ ਲਾ, ਸਾਨੂੰ ਇਹ ਕੀ ਕਹਿੰਦੀਆਂ ਨੇ। ਕਦੀ ਕਹਿੰਦੀਆਂ ਚੂੜੀਆਂ, ਕਦੀ ਕੁਝ ਕਦੀ ਕੁਝ। ਮੈਂ ਕਿਹਾ ਪੁੱਤਰ ਕੋਈ ਗੱਲ ਨਹੀਂ, ਛੋਟੀਆਂ ਬੱਚੀਆਂ ਨੇ, ਉਹ ਵੀ ਤੁਹਾਡੀਆਂ ਭੈਣਾਂ ਵਾ, ਕੋਈ ਨਹੀਂ, ਨਾ ਬੋਲਿਆ ਕਰੋ ਇੱਕ ਦੂਜੀ ਨਾਲ, ਨਾ ਲੜਿਆ ਲੁੜਿਆ ਨਾ ਕਰੋ। ਬਸ ਇਸ ਤਰ੍ਹਾਂ ਹੀ ਕਰਦੀ ਐ। ਹੁਣ ਤਾਂ ਇਹਨਾਂ ਨੇ ਨਾ ਹੱਦ ਹੀ ਮੁਕਾਈ। ਹੁਣ ਤਾਂ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਇਹਨਾਂ ਦਾ ਕੀ ਪਲਾਨ ਸੀ, ਕੀ ਨਹੀਂ ਸੀਗਾ। ਸਾਨੂੰ ਇਸ ਚੀਜ਼ ਦਾ ਕੋਈ ਇਲਮ ਨਹੀਂ ਹੈਗਾ। ਇਹ ਹੁਣ ਤੁਹਾਡੇ ਸਾਹਮਣੇ ਕੀ ਖਬਰ ਆਈ, ਨਾ ਉਹ ਕਦੀ ਇਹਨਾਂ ਦੇ ਘਰ ਗਈ ਨਾ ਆਈ, ਨਾ ਸਾਡੇ ਘਰ ਇਹ ਬੀਬੀ ਆਂਦੀ ਆ ਜਿਹੜੀ ਹੁਣ ਗਈ। ਆਂਦੀ ਪਹਿਲਾਂ ਇਹਨਾਂ ਨਾਲ ਨਿਬੜ ਕੇ ਫਿਰ ਤੁਹਾਡੇ ਨਾਲ ਨਿਬੜ ਲੈਂਦੇ। ਕਦੀ ਅਸੀਂ ਕਿਸੇ ਦੀ ਚੁਗਲੀ ਨਹੀਂ ਕੀਤੀ। ਬਸ ਇਹੀ ਗੱਲ ਹੈ। ਨਾ ਕੋਈ ਬੱਚਿਆਂ ਦਾ ਰੌਲਾ, ਨਾ ਕੋਈ ਕੁਝ, ਬਸ ਇਹੀ ਰੌਲਾ ਹੈ। ਬਸ ਹੋਰ ਕੋਈ ਰੌਲਾ ਨਹੀਂ ਹੈਗਾ ਸਾਡਾ ਤਾਂ ਇਹਨਾਂ ਨਾਲ। ਨਾ ਕੋਈ ਸਾਡੀ ਜਾਨੀ ਦੁਸ਼ਮਣੀ, ਨਾ ਕੋਈ ਕੁਝ, ਨਾ ਕੋਈ ਲੈਣਾ ਨਾ ਕੋਈ। ਸਾਡੇ ਅਸੀਂ ਤਾਂ ਇਹੀ ਸਮਝਦੇ ਹੋਏ, ਸਾਡੇ ਵੀ ਉੱਡੀਆਂ ਬੱਚੀਆਂ ਨੇ, ਸਾਡੀਆਂ ਬੱਚੀਆਂ ਤਰ੍ਹਾਂ ਨੇ, ਰਲ ਕੇ ਖੇਡਦੀਆਂ ਨੇ। ਚਲੋ ਕੋਈ ਗੱਲ ਨਹੀਂ, ਘਾਟਾ ਵਾਧਾ ਹੋ ਵੀ ਜਾਂਦਾ ਤੇ ਕੋਈ ਗੱਲ ਨਹੀਂ। ਅਸੀਂ ਕਦੀ ਆਪਣੇ ਬੱਚਿਆਂ ਨੂੰ ਬੁਰੀ ਤਰਬੀਅਤ ਨਹੀਂ ਦਿੱਤੀ ਸੀ। ਅਸੀਂ ਆਂਦੇ ਕੋਈ ਗੱਲ ਨਹੀਂ, ਬੱਚੇ ਨੇ। ਫਿਰ ਵੀ ਅਸੀਂ ਆਪਣੇ ਬੱਚਿਆਂ ਨੂੰ ਕਹਿਣਾ ਤੁਸੀਂ ਨਾ ਬਾਹਰ ਨਿਕਲਿਆ ਕਰੋ। ਨਾਲੇ ਮੇਰੇ ਬੱਚੇ ਘਰ ਹੀ ਨਹੀਂ, ਸੁਬਾਹ ਸਕੂਲ ਜਾਂਦੇ ਨੇ, 1, 1:30, 2 ਵੱਜ ਜਾਂਦੇ ਉਹਨਾਂ ਨੂੰ ਘਰ ਆਉਂਦਿਆਂ ਤੀਕਰ। ਉੱਧਰ ਸਾਡਾ ਘਰ ਕਦੀ ਚਲੇ ਵੀ ਜਾਂਦੇ ਹੁੰਦੇ ਸੀ, ਚਾਚੇ ਉੱਧਰ ਨੇ, ਤਾਇਆ ਉੱਧਰ ਹੁੰਦਾ ਸੀ। ਆਖਣਾ ਵੱਡੇ ਪਾਪਾ ਨੂੰ ਮਿਲਣ ਚੱਲੀ ਹਾਂ, ਵੱਡੀ ਮਾਮਾ ਨਾਲ ਮੈਨੂੰ ਕੰਮ ਹੈ। बस यही गाल है। नाजरीन, ये वो बाजी हैं जिनके सामने वाक़या हुआ है सारा, और इनको भी लड़ाई में चोट लगी है। इनसे जानते हैं। जी बाजी। ਇੱਥੇ ਅਸੀਂ ਬੈਠੇ ਆ, ਰੋਟੀ ਖਾਣ ਲੱਗੇ ਆ। ਰੋਟੀ ਨਹੀਂ ਅਜੇ ਖਾਧੀ। ਇਹ ਭਾ ਜਿਹੜਾ ਉੱਠ ਕੇ ਥੋੜ੍ਹਾ ਜਿਹਾ ਉੱਥੇ ਗਿਆ ਤੇ ਉੱਥੇ ਆਣ ਪੈਣ ਬੜਾ ਮੁੰਡਿਆਂ ਮੰਡਿਆਂ ਨੂੰ ਮਾਰਿਆ। ਮੈਨੂੰ ਮਾਰਿਆ ਵੇ, ਇਹਨੂੰ ਲੱਗੀਆਂ ਨਾ ਸੱਟਾਂ। ਤੁਹਾਡੇ ਕਿੱਥੇ ਲੱਗੀ ਚੋਟ? ਆ ਵੇ ਹਾਂ ਲੱਗੀ ਇੱਥੇ। ਇੱਥੇ ਕੀ ਮਾਰਿਆ ਉਹਨਾਂ? ਡੰਡਾ। ਤੇ ਹੋਰ ਕੁੜੀਆਂ ਦੇ, ਇਹ ਬਾਜੀ ਦੀ ਕੁੜੀ ਵੱਡੀ, ਉਹਨੂੰ ਵੀ ਡੰਡੇ ਮਾਰੇ ਨੇ ਇੱਥੇ ਸਿਰ ਪਟਾ। ਹੋਰ ਮੁੰਡਿਆਂ ਦੇ ਵੀ 3 ਜਣਿਆਂ ਨੂੰ ਸੱਟਾਂ ਲੱਗੀਆਂ। ਹੋਰ ਇਹਦਾ ਛੋਟਾ ਪੋਤਰਾ ਐਡਾ ਬੜਾ। ਜਿਹੜੇ ਲੜਾਈ ਕਰਨ ਆਏ ਸਨ ਉਹ ਕਿੰਨੇ ਲੋਕ ਸਨ? ਉਹ ਤਾਂ ਚੋਖੇ ਹੀ ਸੋ, ਤਾਂ ਗਿਣੇ ਨਹੀਂ ਸੀ ਜਾਂਦੇ। ਉਹ ਤਾਂ ਇੰਨੇ ਡਾਂਗ ਸੋਟੇ ਪਿੱਛੇ ਬੁੜੀਆਂ ਲਿਆਈਆਂ ਨੇ। ਅੱਛਾ, ਔਰਤਾਂ ਲੈ ਕੇ ਆਈਆਂ ਉਹਨਾਂ ਨੂੰ, ਬੰਦਿਆਂ ਨੂੰ ਲੜਾਈ ਵਾਸਤੇ? ਲੜਾਈ ਵਾਸਤੇ ਛੋਟੇ ਇੰਨੇ ਉਹਨਾਂ ਦੀ ਮਾਂ ਮੁੰਡਿਆਂ ਦੀ ਲਿਆਈਏ। ਉਹ ਪਰਾ ਅਖਬਾ ਜੱਟ ਕੇ ਉਹ ਲੈ ਕੇ ਆਏ ਤੇ ਉਹ ਹੱਥੀਂ ਪੈ ਗਏ, ਛੱਡੇ ਨਹੀਂ। ਫਿਰ ਹੋਰ ਇੱਕ ਹੈਗਾ ਮੁੰਡਾ, ਹੁਣ ਕੰਮ 'ਤੇ ਚਲਾ ਗਿਆ। ਉਹ ਆਇਆ, ਉਹਨੇ ਫਿਰ ਕੁੱਟ ਕਟਈਆ ਕਰਕੇ ਢਾਹ ਕੇ ਕੱਢੇ ਨੇ। ਹਟਦੇ ਹੀ ਨਹੀਂ ਸੀ। ਜਿਹੜਾ ਵੱਡਾ ਹੈ ਨਾ, ਜਿਹਨੂੰ ਸੱਟਾਂ ਆ ਢਿੱਡ ਟੁੱਟ ਚੀਰਿਆਂ ਨੇ, ਉਹ ਐਂ ਕਰਕੇ ਤਲੀਆਂ ਲਾ ਕੇ ਫਿਰ ਕੁੱਟ ਕੇ ਉਹਦੀ ਜਿਹੜੀ ਟੂਈ ਹੈ ਨਾ, ਖੂਨ ਜੁੜਿਆ ਪਿਆ ਹੈ। परवेज़ मसीह ਦਾ ਨਾਂ ਹੈ? ਉਹ ਵੱਡਾ ਹੈ, ਜਵੇਦ ਹੈ।
ਵੱਡਾ ਹੈ ਤੇ ਉਹਨੇ ਅਸੀਂ ਹੱਥ ਨਹੀਂ ਛੱਡੇ, ਫਿਰ ਡਿੱਗਾ ਹੈ। ਜਦੋਂ ਸਾਡੀ ਕੁੜੀ ਇੱਕ ਹੈ ਨਾ, ਇਹ ਬੇਟੀ ਇਹਦੀ, ਉਹਨੇ ਇੱਕ ਫੱਟੀ ਮਾਰੀ ਹੈ ਤੇ ਫਿਰ ਉਹਦਾ ਵੇਖਿਆ ਤੇ ਫਿਰ ਬਿੱਲੇ ਨੇ ਕੱਢਿਆ। ਬਿੱਲਾ ਸਾਡੇ ਨਾਂ ਦਾ ਮੁੰਡਾ, ਉਹਨੇ ਉਹਨਾਂ ਨੂੰ ਕੱਢਿਆ। ਬੁਰੀ ਲੜਾਈ ਕੀਤੀ, ਬੁਰਾ ਅਸਰ ਕੀਤਾ ਇਹਨਾਂ ਦਾ। ਮੈਂ ਤਾਂ ਛਡਾਵਣ ਲੱਗੀ ਸਾਂ ਤਾਂ ਮੈਨੂੰ, ਮੈਂ ਮੇਰੇ ਗੋਡੇ 'ਤੇ ਸੱਟ ਲੱਗੀ, ਮੈਥੋਂ ਨਾ ਬੈਠਾ ਜਾਂਦਾ ਤੇ ਨਾ ਹੀ ਟੁਰਿਆ ਜਾਂਦਾ। ਮੈਂ ਫਿਰ ਮਾਰੀ ਜਗ੍ਹਾ ਹੋਣਾ ਕੀ ਸੀ। ਮਾਂ ਜੀ ਲੜਾਈ ਦੀ ਵਜ੍ਹਾ ਕੀ ਬਣੀ ਹੈ? ਵਜ੍ਹਾ ਇਹ ਹੀ ਬਣੀ ਹੈ, ਇਹਨਾਂ ਦਾ ਦਰਕਾਰ ਸੀ, ਇਹ ਵੀ ਲੰਘਦੇ ਸੀ। ਉਹ ਕੋਠੇ 'ਤੇ ਬਾਲਾਂ ਦੇ ਉੱਤੇ ਥੁੱਕਾਂ ਸੱਟੀਆਂ, ਬਾਲਾਂ ਦੇ ਉੱਤੇ ਪਾਣੀ ਸੱਟਿਆ ਤੇ ਉਹ ਗਾਲਾਂ ਦਿੰਦੀ ਸੀ ਬੀਬੀ। ਤੇ ਇਹ ਅੱਗੋਂ ਇਹ ਵੀ ਬੋਲ ਪੈਂਦਾ ਸੀ ਵੀ ਗਾਲਾਂ ਕਿਉਂ ਦਿੰਦੇ। ਆਹ ਹੀ ਵਜ੍ਹਾ, ਹੋਰ ਉਹਨਾਂ ਨੇ ਕੀ ਆਖਣਾ। ਹੁਣ ਇਸੇ ਤਰ੍ਹਾਂ ਹੀ ਹੈ। ਇਹ ਜਿਹੜੀ ਬੀਬੀ ਅੰਦਰ ਬਾਲਾਂ ਲੈ ਕੇ ਸੁੱਤੀ ਸੀ ਤੇ ਅੰਦਰ ਜਾ ਕੇ ਦੱਸਿਆ ਨਹੀਂ ਉਹਨਾਂ, ਅੰਦਰ ਜਾ ਕੇ ਬੂਹਾ ਭੰਨਿਆ ਤੇ ਉਹ ਬਾਹਰ ਨਿਕਲੀ। ਐਵੇਂ ਹੀ ਲੋਕਾਂ ਨਾਲ ਕਰਦੀ। 2 ਦਿਨ ਤਾਂ ਹੋ ਗਏ ਨੇ ਮੇਰੇ ਨਾਲ ਲੜਦੀ ਨੂੰ। ਹਾਂ ਤੂੰ ਇਹਨਾਂ ਨੂੰ ਉੱਥੇ ਘਰ ਲੈ ਕੇ ਗਈ ਸਾਡੀ ਸ਼ਰਾਫਤ ਕੋ, ਤੇ ਮੇਰੇ ਨਾਲ ਲੜੀ ਇਹਨਾਂ ਦੇ ਘਰ ਹੀ। ਇਹਨਾਂ ਘਰੋਂ ਦੁੱਧ ਲਿਆਈਦਾ ਨਾ, ਇਹਨਾਂ ਦੇ ਘਰ ਲੜੀ। ਮਹੱਲੇ ਵਾਲਿਆਂ ਨੂੰ ਛੇੜਦੇ ਨੇ, ਮਹੱਲੇ ਵਾਲੇ ਉਹਨਾਂ ਤੋਂ ਤੰਗ ਨੇ ਕਾਫੀ ਜ਼ਿਆਦਾ। ਬਹੁਤ ਜ਼ਿਆਦਾ ਹੀ ਭਾਈ, ਬਹੁਤ ਬੜਾ ਤੰਗ। ਤੇ ਕੁੜੀ ਸਾਡੀ ਜਿਹੜੀ 10ਵੀਂ ਦੇ ਪੇਪਰ ਦਿੱਤੇ ਨੇ, ਬਾਜੀ ਦੀ ਪੋਤਰੀ, ਉਹ ਮਿਸਤਰੀ ਦੀਆਂ ਧੀਆਂ ਨੇ, ਪੈਡੀਆਂ ਦੀਆਂ 2 ਨੇ। ਉਹ ਆ ਜਿਹੜੀ ਹੁੰਦੀ ਨਾ ਲੀੜੇ ਪਾੜ ਦਿੱਤੇ। ਉਹ ਇਹਨਾਂ ਦੇ ਨਾ ਨਨਾਣ ਦਾ ਮੁੰਡਾ, ਜਿਹੜੀ ਨਹੀਂ ਨਨਾਣ ਦਾ ਮੁੰਡਾ, ਉਹ ਇੱਕੋ ਇੱਕ ਪੁੱਤਰ ਤੇ 8 ਭੈਣਾਂ ਨੇ। ਉਹਨੇ ਤੇ ਇਹਦੇ ਬੰਦੇ ਨੇ, ਅਸਗਰ ਨੇ, ਉਹਨੇ ਆ ਲੀੜੇ ਪਾੜੇ ਨੇ ਤੇ ਆ ਸੱਟ ਲਾਈ, ਡਾਂਗਾ ਮਾਰੀਆਂ ਕੁੜੀ ਨੂੰ। ਉਹਦੀ ਬਾਜੀ ਦੀ ਪੋਤਰੀ, ਉਹ ਜੋ ਮਾਂ ਮਾਰ ਗਈ ਤੇ ਪਾਲੀਆਂ ਸਾਂਭੀਆਂ ਇਹਨਾਂ ਨੇ। ਇੱਕ ਤਰ੍ਹਾਂ ਦੇ ਅਸਗਰ ਤੁਸੀਂ ਦੱਸ ਰਹੇ, ਦੂਸਰੇ ਤਰ੍ਹਾਂ ਕੀ? ਅਸਗਰ ਹੈ ਇਹ ਜਿਹੜਾ ਲੜਾਕੀ ਦਾ ਬੰਦਾ। ਇਹਨੇ ਉਹ ਬੱਚੀ ਦੇ ਕੱਪੜੇ ਪਾੜੇ? ਹਾਂ ਕੱਪੜੇ ਉਹ ਪਾੜੇ ਨੇ। ਫੁੱਫੀ ਇਹਨਾਂ ਦੀ ਹੈਗੀ ਹੈ, ਉਹ ਭਾਈ ਅਸਗਰ ਦੀ ਭੈਣ ਦੇ ਮੁੰਡੇ ਨੇ। ਇਹਨਾਂ 2 ਨੇ, ਇੱਕ ਨੇ ਲੀੜੇ ਪਾੜੇ ਨੇ ਤੇ ਇੱਕ ਨੇ ਆ ਡਾਂਗਾ ਮਾਰੀਆਂ ਨੇ। ਆਹ 10ਵੀਂ ਦੇ ਪੇਪਰ ਦਿੱਤੇ ਸੋਣਾ। ਜਿਹੜੀ ਬੱਚੀ ਦੇ ਕੱਪੜੇ ਪਾੜੇ ਨੇ ਜਾਂ ਜਿਹਨੂੰ ਮਾਰਿਆ ਉਹ 10ਵੀਂ ਕਲਾਸ ਦੀ? ਆਹ 10ਵੀਂ ਕਲਾਸ ਦੀ ਕੁੜੀ ਏ। 10ਵੀਂ ਦੇ ਪੇਪਰ ਦਿੱਤੇ ਨੇ ਉਹਨੇ। ਚੰਗੇ ਪੜੇ ਤੰਗ ਨੇ ਨਾ, ਕਿਸੇ ਘਰਾਂ ਵਾਂ ਜਾਵਣ। ਇੱਥੇ ਬੀਬੀ ਅਸੀਂ ਕੱਲੀਆਂ ਨੇ ਤਾਂ ਆ ਵੀ ਜਾਂਦੀ ਕਿਤੇ, ਉਹ ਵੀ ਫਰਿੱਜ ਤੇ ਚੀਜ਼ ਚੂਜ਼ ਰੱਖਣ ਵਾਲਾ ਨਹੀਂ। नाजरीन आपने ये सुना है कि वो शरपसंद लोग हैं और उनका काम ही यही है बच्चियों को छेड़ना। और आपने सुना है, बाजी की ज़बानी सुना है कि एक मैट्रिक की स्टूडेंट जिसने अभी पेपर दिए, जैसा कि मैंने पहले बताया कि उसको भी मारा है और उसके कपड़े भी फाड़े। नाजरीन पहले परवेज़ मसीह और जवेद मसीह की वालदा से बयान लिया हमने, कुछ और विटनेस थे यहाँ पर, उनके बयान लिए। अभी इस इलाके के आसफ टाउन के काउंसलर साहब हैं चौधरी वारस, ये सारी स्टोरी के बारे में जानते हैं। जी अस्सलाम वालेकुम, मैं चौधरी वारस साबका काउंसलर 246 तो मैं आवाज़ बुलंद कर रहा। तो बहु मनीर ने कृष्णा वास्ते 2 एकड़ जगह दी है कब्रस्तान वास्ते। वो अपना साडा चर्च भी है, बातगाह भी है, जनाजगाह भी है, तो सारा कुछ वो मेहरबानी है कि उन्हें अपने कृष्णा नूं सारिਆਂ ਨੂੰ 2 एकड़ जगह दी है। तो बीबी मरियम साहबा असी 246 चों तेनू प्रभूत मेरा मतलब जताया है। तो बीबी मरियम सानू पता है कि तू कृष्णा नाल बहुत प्यार करनी है, लेकिन कुछ लोग कब्रस्तान दे विच जट बलादरी इत्थे अपना जिहड़ी नाल रहिंदी है, कब्रस्तान दे विच असी पूरी अपना कलीसिया ने बंदे फैमिली बिठाई है, कब्रस्तान की रखवाली सारा कुछ अपना जिहड़ा वो अपना उन्होंने सारे ही रल के उन्होंने तनख्वाहां देने आ। ते वो कुछ लोग जट बलादरी इत्थे आण के उन्होंने अपना पहले तो छोटे छोटे बच्चों तो लड़ाई हुई, लड़ाई इस तो हुई है कि वो गाने अपना बच्चियां ने गाने गुने लाते सन, मंजियां डांदे सन, तो उन्होंने बच्चे ने मने किया तो कोई उन्होंने मारिया मूरिया उन्होंने। बहरहाल वो गल थोड़ी हुई, 2 दिन बाद वो पूरा अपना जत्था बन के आए ने। गेट लगा अपने साडे कब्रस्तान नूं बहुत वड्डा, तो उन्होंने अंदरों ओडे एडे ना खप्पे ने, उहदे विच उन्हां बांह पा के ते कुंडी ला लई है। कुंडी ला के आण के बच्चियां ने उन्होंने मारिया, छुरियां मुंडे नूं मारियां ने, ते उलटा के एक ने फड़िया, 2 ने फड़िया, उन्होंने छुरियां मारी गए ने, बच्चियां नूं घसीटदे रहे ने, कपड़े फाड़ दिते ने, बहुत बुरा हाल किया।
ਤੇ ਬੀਬੀ ਮਰੀਮ ਬਹਰਹਾਲ ਅਸੀਂ ਤੈਨੂੰ 246 ਚੋਂ ਜਿਤਾਇਆ ਹੈ ਜੀ। ਰਾਣੇ ਮਸ਼ਰ ਨੂੰ ਜਿਤਾਇਆ, ਤੁਹਾਨੂੰ ਵੀ ਜਿਤਾਇਆ, ਲੇਕਿਨ ਸਾਨੂੰ ਪਤਾ ਲੱਗਾ ਕ੍ਰਿਸਚਨਾਂ ਨਾਲ ਬਹੁਤ ਪਿਆਰ ਕਰਨੀ ਹੈ। ਪਰ ਲੇਕਿਨ ਕੁਝ ਉਹ ਪਾਰਟੀ ਤੁਹਾਨੂੰ ਵਾਅਦਾ ਕਰੀਏ ਕਿ ਉਹ ਪਾਰਟੀ ਜਿਹੜੀ ਹੈ ਨਜਾਇਜ਼ ਝੂਠਾ ਜਿਹੜਾ ਮੈਡੀਕਲ ਕਰਾਉਣਾ ਚਾਹੁੰਦੀ ਹੈ, ਮੈਡੀਕਲ ਝੂਠਾ ਕਰਾਉਣਾ ਚਾਹੁੰਦੀ ਹੈ। ਲੇਕਿਨ ਇਹਦਾ ਵੀ ਆਪਣਾ ਤਵੱਜੋ ਤੁਹਾਨੂੰ ਦਿਵਾਉਣਾ ਤਾਂ ਚਾਹੁੰਦੇ ਹਾਂ। ਤੇ ਇਹ ਵੇਖਿਓ ਕਿ ਕੋਈ ਵੀ ਆਪਣਾ ਜਿਹੜਾ ਇੱਥੇ ਕੋਈ ਵੀ ਬਿਠਾਏ ਅਸੀਂ ਕ੍ਰਿਸਚਨ ਆ ਤੇ ਕੋਈ ਆਣ ਕੇ ਮੁਸਲਮਾਨ ਬਲਾਦਰੀ ਸਾਡੇ ਭਰਾ ਨੇ ਆਪਣਾ ਜੱਟ ਬਲਾਦਰੀ ਉਹ ਕਾਫੀ ਘਰ ਨੇ ਇਹਨਾਂ ਨੂੰ ਆਣ ਕੇ ਬਹੁਤ ਮਾਰਿਆ। ਹਸਪਤਾਲ ਆਪਣਾ ਜਿਹੜਾ ਦਾਖਲ ਹੈ ਮੁੰਡਾ। ਚੌਧਰੀ ਸਾਹਿਬ, ਲੜਾਈ ਦੀ ਅਸਲ ਵਜ੍ਹਾ ਦੱਸੋ ਕਿ ਲੜਾਈ ਕਿਉਂ ਸ਼ੁਰੂ ਹੋਈ? ਲੜਾਈ ਸ਼ੁਰੂ ਹੋਈ ਜੇ ਕਿ ਉਹ ਜਿਹੜਾ ਬੱਚੇ ਨੂੰ ਛੁਰੀਆਂ ਵੱਜੀਆਂ ਨੇ ਨਾ, ਤੇ ਉੱਥੇ ਆਪਣਾ ਮੰਜੀ ਡਾਂਦੇ ਸਨ ਹਾਂਜੀ। ਤੇ ਉਹਨੇ ਕਿਹਾ ਬੱਚੀਆਂ ਸਾਡੀਆਂ ਬੱਚੇ ਪੜ੍ਹਦੇ ਨੇ, ਤੁਸੀਂ ਗਾਣੇ ਗੂਣੇ ਲਾਉਂਦੇ ਹੋ ਇੱਥੇ, ਤੇ ਤੁਹਾਡੀ ਮਿਹਰਬਾਨੀ ਹੈ ਕਿ ਤੁਸੀਂ ਨਾ ਮੇਰਾ ਮਤਲਬ ਲਾਇਆ ਕਰੋ। ਉਹਨਾਂ ਕਿਹਾ ਤੂੰ ਕੌਣ ਹੈ ਆਪਣਾ ਡੱਕਣ ਵਾਲਾ ਹਾਂਜੀ। ਉਸ ਤੋਂ ਬਾਅਦ ਉਹਨਾਂ ਨੂੰ ਛੋਟੀ ਮੋਟੀ ਆਪਣਾ ਮਾਰ ਮੂਰ ਕੇ ਚੋਟਾਂ ਚਾਟਾਂ ਸੋਟੀਆਂ ਮਾਰ ਕੇ ਗਏ ਨੇ ਉਹਨੇ। ਤੇ ਅਗਲੇ ਦਿਨ ਸੁਲ੍ਹਾ ਸੀ ਤੇ ਅਸੀਂ ਕਿਹਾ ਕੋਈ ਗੱਲ ਨਹੀਂ, ਆਪਣੇ ਵੀ ਇੱਥੇ ਰਹਿਣਾ, ਉਹਨਾਂ ਵੀ ਰਹਿਣਾ। ਲੇਕਿਨ ਸੁਲ੍ਹਾ ਤੋਂ ਪਹਿਲਾਂ ਹੀ ਉਹਨਾਂ ਇੱਕ ਦਿਨ ਜਿਹੜਾ ਆਣ ਕੇ ਤੇ ਉਹਨਾਂ ਨੂੰ ਛੁਰੀਆਂ ਦੇ ਵਾਰ ਕਰਤੇ, ਡੰਡੇ ਸੋਟੇ, ਤੇ ਉਹਨਾਂ ਨੂੰ ਆਪਣਾ ਸਾਨੂੰ ਬੱਚੀਆਂ ਨੂੰ ਡੰਡੇ ਮਾਰੇ ਨੇ। ਬੱਚੀਆਂ ਦੇ ਆਪਣਾ ਲੱਤ ਵੀ ਜ਼ਖਮੀ ਹੈ, ਮਾਸ ਵੀ ਪਟ ਗਿਆ। ਬੱਚੀਆਂ ਜਿਹੜੇ ਪਿਓ ਦਾ ਸਿਰ ਪਟਾ, ਇੱਕ ਹੋਰ ਬੱਚੀ ਉਹਦਾ ਸਿਰ ਪਟਾ। ਉਹਨਾਂ ਬਹੁਤ ਜ਼ਿਆਦਤੀ ਕੀਤੀ ਹੈ। ਤੇ ਮਰੀਮ ਸਾਹਿਬਾਂ ਤੇ ਤੁਹਾਡੇ ਕਿ ਮੇਰਾ ਮਤਲਬ ਹੈ ਅਜ਼ਾ ਹੈ ਕਿ ਸਾਡਾ ਇਹ ਜਿਹੜਾ ਕੇਸ ਜਿਹੜਾ ਸਾਨੂੰ ਮੇਰਾ ਮਤਲਬ ਥੱਲੇ ਨਹੀਂ ਕੇਸ ਆਉਣਾ ਚਾਹੀਦਾ, ਸਾਨੂੰ ਆਪਣਾ ਇਹਦਾ ਰਿਜ਼ਲਟ ਚਾਹੀਦਾ। ਅੱਛਾ ਚੌਧਰੀ ਸਾਹਿਬ, ਪਰਵੇਜ਼ ਮਸੀਹ ਔਰ ਜਵੇਦ ਮਸੀਹ ਹਸਪੀਟਲ ਨੇ, ਔਰ ਉਹ ਬੱਚੀ ਜਿਹਨੇ ਮੈਟ੍ਰਿਕ ਦੇ ਪੇਪਰ ਦਿੱਤੇ ਸੀ ਉਹਦਾ ਵੀ ਸਿਰ ਫਾੜਿਆ ਤੇ ਉਹਦੇ ਕੱਪੜੇ ਵੀ ਫਾੜੇ ਨੇ। ਤੇ ਹਸਪੀਟਲ 'ਚ ਤੁਹਾਡੀ ਕਿੰਨੀ ਸੁਣਵਾਈ ਹੋ ਰਹੀ ਹੈ? ਉਹ ਜੀ ਹਸਪੀਟਲ 'ਚ ਠੀਕ ਡਾਕਟਰ ਆਪਣਾ ਤਾਵਨ ਕਰ ਰਹੇ ਨੇ, ਬਹੁਤ ਅੱਛਾ ਕਰ ਰਹੇ ਨੇ। ਤੇ ਮੁੰਡੇ ਨੂੰ ਉਹਨਾਂ ਨੇ ਕਦਨ ਛੁੱਟੀ ਦੇ ਦਿੱਤੀ ਸੀ, ਲੇਕਿਨ ਉਹਦੀਆਂ ਦਰਦਾਂ ਜਿਹੜੀਆਂ ਨੇ ਖਲੋਂਦੀਆਂ, ਫਿਰ ਅਸੀਂ ਜਾ ਕੇ ਤੇ ਆਪਣਾ ਦਾਖਲ ਕਰਾਤਾ ਹਾਂਜੀ। ਤੇ ਉਸ ਤੋਂ ਬਾਅਦ ਬੱਚੀ ਹੈ ਉਹਦੇ ਵੀ ਐਕਸਰੇ ਹੋਏ ਨੇ, ਉਹ ਵੀ ਆਪਣਾ ਉਹਦੇ ਕੋਲ ਟੁਰਿਆ ਨਹੀਂ ਜਾਂਦਾ, ਚੁੱਕ ਕੇ ਲੈ ਜਾਂਦੇ ਨੇ ਬੱਚੀ ਨੂੰ ਹਾਂਜੀ। ਮੈਟ੍ਰਿਕ ਦੇ ਉਹਨੇ ਮੇਰਾ ਪੇਪਰ ਦਿੱਤੇ ਹੋਏ ਨੇ ਤੇ ਉਹਨੂੰ ਚੁੱਕ ਕੇ ਲੈ ਜਾਂਦੇ ਨੇ, ਤੇ ਚੁੱਕ ਕੇ ਮੇਰਾ ਮਤਲਬ ਹੈ ਉਹਦੀ ਲੱਤ ਬਿਲਕੁਲ ਮਾਸ ਫਟ ਗਿਆ ਹਾਂਜੀ, ਟੁਰਿਆ ਨਹੀਂ ਉਹਦੇ ਕੋਲ ਜਾਂਦਾ। ਉਹਦਾ ਇਹਨਾਂ ਨੇ ਬਹੁਤ ਬੁਰਾ ਹਾਲ ਕੀਤਾ। ਤੇ ਮਰੀਮ ਸਾਹਿਬਾਂ ਵੇਖੋ ਗੱਲ ਇਹ ਵੇ ਕਿ ਸਾਡੇ ਬੱਚੇ ਨੇ ਆਪਣਾ, ਅਸੀਂ ਕ੍ਰਿਸਚਨ ਬਲਾਦਰੀ ਹਾਂ ਤੇ ਸਾਡੇ ਬੱਚਿਆਂ ਨੇ ਇਹੋ ਹੀ ਸਲੂਕ ਹੋਣਾ ਤੇ ਲਿਹਾਜ਼ਾ ਨਹੀਂ ਆਪਣਾ ਅੱਛੀ ਗੱਲ ਨਹੀਂ ਤੇ ਵੀ ਇਹੋ ਜਿਹਾ ਮਜਬੂਰ ਹੋ ਜਾਵਾਂਗੇ ਕਿ ਅਸੀਂ ਆਪਣਾ ਰੋਡ ਬਲਾਕ ਕਰਨ ਤੱਕ ਜਾਵਾਂਗੇ। ਸਾਡਾ ਨਾ ਮੇਰਾ ਮਤਲਬ है कि सुनाई हुई थे। शुक्रिया। नाजरीन, आपने सुना है कि एक मैट्रिक पास स्टूडेंट अभी जिसने पेपर दिए उसके कपड़े फाड़े गए, उसका सर फाड़ा गया और वो भी हॉस्पिटल में है। नाजरीन, जैसा कि आपने पहले भी सुना है कि ये जो कब्रिस्तान है जहाँ पे हम बैठे हैं, ये बाबू मुनीर साहब हैं। क्रिश्चियन कम्युनिटी में उनका बड़ा एक नाम है, जिन्होंने ये सारा एरिया पूरा हमने देखा है। वहाँ से हम पूछते आए थे तो उन्होंने बताया कि ये सारा एरिया जो बाबू मुनीर का है, और इसी इलाके के उनके साथी भी कह लें, ये पास्टर साहब हैं, पास्टर हदायत आसी साहब हैं, जो कि बाबू मुनीर के साथ होते हैं। इनसे जानते हैं कि ये क्या कहते हैं इस बारे में। मसीह यीशु में आप सबकी सलामती हो। हम सारा जलाल खुदा बाप बेटे पाक रूह को देते हैं, और इस वाक़े की हम पुरज़ोर मज़म्मत करते हैं। जो मुस्लिम और क्रिश्चियंस के दरमियान लड़ाई हुई, आके उन्होंने घर में मारा, कूटा, ज़ख्मी किया, तो शदीद हम मज़म्मत करते हैं। और आला हकाम से, वज़ीर आला पंजाब से हम रिक्वेस्ट करते हैं, हसास अदारों से, कि इसमें इन्वॉल्व हों और हमारी बरादरी को इंसाफ दिया जाए। इसकी पुरज़ोर मज़म्मत करते हैं। ये ना हो कि हमें एहतजाज और आगे मज़ीद बढ़े। तो हमारी मिन्नत है, रिक्वेस्ट है कि हमारी कौम को, बहनों को, भाइयों को जो शदीद ज़ख्मी हैं उनको इंसाफ दिया जाए। बहुत ये अच्छा वाक़या नहीं हुआ, बहुत ही दिल दुखा देने वाला है। दिल खून के आंसू रोता है तो जब उन नौजवानों को देखते हैं जिनको छुरियां मार मार के ज़ख्मी किया, इतना बेदर्दी से मारा गया, तो फिर वो इलाके में अगर कोई गवाही दे रहा है तो उनको वो हरासा करते हैं, धमकियां देते हैं कि यही हाल तुम्हारा करेंगे। हमारी रिक्वेस्ट है इलाका के SHO साहब से, SP साहब से और वज़ीर आला पंजाब से कि वो प्लीज़ इसका नोटिस लें
اور ہماری قوم کو انصاف دیا جائے۔ اچھا پاسٹر صاحب، یہ تھوڑے دنوں میں کافی سارے واقعات ہو چکے ہیں، خاص طور پہ اگر مسیحی بچیوں کا معاملہ ہوتا ہے تو لڑائی وہاں سے شروع ہوتی ہے، یہ بھی کچھ اسی طرح کا واقعہ ہے۔ تو چرچز میں آپ کو یہ چاہیے نہیں کہ آپ تعلیم دیں، جیسے آپ گھر گھر جا کے تعلیم دیتے ہیں، چرچز میں بھی ایسی تعلیم ہونی چاہیے؟ بالکل تعلیم ہونی چاہیے، اس پہ اویئرنیس ضرور دیں گے، لیکن ہفتے میں ایک بار لوگ 2 گھنٹے کے لیے چرچ آتے ہیں، آپ پورے سال میں کیلکولیٹ کریں تو کتنے گھنٹے لوگ چرچ آتے ہیں۔ تو یہ ماں باپ پہ فرض ہے، اسکول والوں پہ فرض ہے، ڈیفینیٹ چرچ بھی اس میں انوالو ہے، تو ضرور اس پہ کام کریں گے، ضرور کام کریں گے۔ اور اسپیشلی اس حکومت کو یہ ضرور غور کرنا چاہیے کہ پچھلے جتنے بھی واقعات ہوتے ہیں وہ زیادہ تر نون لیگ کی حکومت میں ہوتے ہیں۔ ہم نون لیگ کو ووٹ دیتے ہیں ہمیشہ، باؤ منیر صاحب کو، اور وہ رانا مبشر صاحب کو، مریم نواز کو، تو تھرو آؤٹ ہمارا پورا علاقہ ووٹ ان کو دیتا ہے، لیکن واقعات بھی ان کی حکومت میں ہوتے ہیں۔ تو اس میں ہماری منت ہے کہ خاص غور کریں کہ یہ اقلیتوں کے ساتھ زیادتی نہ ہو۔ تھینک یو۔ اچھا چودھری صاحب، میرا سوال آپ سے ہے کہ ابھی ہم نے دیکھا بھی اور سنا بھی ہے کہ لوگ ڈرا رہے ہیں، پرویز مسیح کے بعد اور جوید مسیح کے بعد آپ کی باری ہے، تو آپ کیا یہ بتائیں گے کہ وہ اتنے ہی اثر و رسوخ والے بندے ہیں، ابھی تک ان کو پکڑا نہیں گیا؟ ਦੇਖੋ ਜੀ, ਬਿਲਕੁਲ ਉਹ ਇੱਕ ਦਿਨ ਹੋਰ ਵੀ ਆਪਣਾ 1-2 ਬੰਦੇ ਨੇ ਉਹ ਸ਼ਹਾਦਤ ਦੇਣਾ ਚਾਹੁੰਦੇ ਹਨ, ਸੱਚੀ ਸ਼ਹਾਦਤ ਸੱਚੀ ਦੇਣੀ ਚਾਹੀਦੀ ਹੈ ਨਾ। ਉਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਤੀ ਕੀਤੀ ਹੈ, ਅਤੇ ਉਹਨਾਂ ਦੇ ਘਰ ਜਾ ਕੇ ਵੀ ਆਪਣਾ ਇਹਨਾਂ ਨੇ ਧਮਕੀ ਲਾਈ ਹੈ, ਜੋ ਪ੍ਰਵੇਸ਼ ਦਾ ਹਾਲ ਕੀਤਾ ਉਹ ਤੁਹਾਡਾ ਹਾਲ ਵੀ ਹੋਏਗਾ। ਮਰੀਮ ਸਾਹਿਬਾਂ ਵੇਖੋ, ਇਹ ਕੋਈ ਬਦਮਾਸ਼ ਨੇ ਇੱਥੋਂ ਦੇ, ਇਹਨਾਂ ਨੂੰ ਕਿਉਂ ਨਹੀਂ ਮੇਰਾ ਮਤਲਬ ਲਗਾਮ ਦਿੱਤੀ ਜਾਂਦੀ ਹੈ ਜੀ। ਅਤੇ ਜੇ ਇਸ ਤਰ੍ਹਾਂ ਇਹ ਹਾਲ ਹੁੰਦਾ ਰਿਹਾ ਤਾਂ ਇਹ ਆਪਣਾ ਕਤਲੋ ਗਰਦ ਹੋਏਗੀ, ਆਪਣਾ ਅੱਛੀ ਗੱਲ ਨਹੀਂ ਆਪਣਾ। ਅਤੇ ਤੁਹਾਡੀ ਮਿਹਰਬਾਨੀ ਹੈ, ਤਵੱਜੋ ਦੇ ਇਹ ਕੇਸ ਵੱਲ, ਕੀ ਹੋਇਆ ਅਤੇ ਕੀ ਨਹੀਂ, ਕਿਵੇਂ ਇਹਨਾਂ ਮਾਰਿਆ, ਛੁਰੀਆਂ ਦੇ ਵਾਰ ਕੀਤੇ ਨੇ ਹਾਂਜੀ, ਬੱਚਿਆਂ ਨੂੰ ਮਾਰਿਆ, ਡੰਡੇ ਮਾਰੇ ਨੇ, ਛੁਰੀਆਂ ਮਾਰੀਆਂ ਨੇ, ਕੀ ਹਾਲ ਹੈ, ਹਸਪਤਾਲ ਦਾਖਲ ਨੇ। سی ایم صاحبہ، یہ 2-3 دن پہلے کا واقعہ ہے کہ ایک لڑکی اسکوٹی پہ جاتی ہے اور 2 لڑکے اس سے پرس چھینتے ہیں، موبائل چھینتے ہیں، اور چند ہی گھنٹوں میں وہ آپ کے حکم سے وہ گرفتار ہو جاتے ہیں۔ تو کیا یہ ممکن نہیں ہے کہ یہ تو درندہ صفت ہی ان کو کہنا چاہیے، یہ ایسے انسان اور ایسے ناڈر قسم کے کرائے پہ رہتے ہیں اور یہ لوگوں کو دھمکیاں بھی دیتے ہیں، کیا ان کو نکیل ڈالنا حکومت کی ذمہ داری نہیں ہے، پولیس کی ذمہ داری نہیں ہے؟ ناظرین، یہ وسیم بھائی ہمارے ساتھ ہیں، ان سے بھی جانتے ہیں۔ جی وسیم۔ جی، میری طرف سے تمام ناظرین کو، دیکھنے والوں کو سلام پیش کرتا ہوں۔ میں پرجوش مذمت کرتا ہوں اس واقعے کی، اور محترمہ مریم نواز صاحبہ کو گزارش کرتا ہوں کہ اس واقعہ کا نوٹس لیں اور ہمارے لوگوں کو انصاف دیا جائے، جوید مسیح اور پرویز مسیح کو۔ ناظرین، جیسا کہ میں نے پہلے آپ کو بتایا ہے اور آپ نے ناظرین کی گفتگو بھی سنی کہ اگر سی ایم صاحبہ کے حکم پہ 24 گھنٹے میں انصاف مل سکتا ہے تو یہاں پہ تو بہت بڑا سانیہ ہوا ہے۔ چھریوں کے وار کر کے 2 بندوں کو زخمی کر دیا جاتا ہے، وہ بندے ہاسپٹل میں ہیں، اور ایک، جیسا کہ بار بار ذکر ہو رہا ہے، ایک بچی جس کا سر پھٹا ہے اور اس کے کپڑے تک پھاڑ دیے گئے۔ تو سی ایم صاحبہ، ان کو تو 24 گھنٹوں سے زیادہ ہو گئے، ابھی تک انصاف نہیں ملا، اور جو بندے ان کی فیور میں آ کے بیان دیتے ہیں ان کو بھی دھمکایا جاتا ہے کہ اگر آپ نے ان لوگوں کا ساتھ دیا تو پھر ان لوگوں کے بعد آپ کی باری ہے۔ تو یہ دیکھنا ہوگا کہ ان لوگوں کو کتنی جلدی انصاف ملتا ہے۔ اپنے میزبان ڈاکٹر اشرف کو اجازت دیں۔ خدا حافظ۔